राग गौंड बाणी भगता की कबीर जी घर पहला एक ओंकार सत गुर प्रसाद संत मिलै किछ सुनिए कहिए मिलै असंत मस्त कर रहिए संत मिलै किछ सुनिए कहिए मिलै असंत मस्त कर रहिए बाबा बोलना क्या कहिए जैसे राम नाम रव रहिए रहाओ संतन स्यों बोले उपकारी मूरख स्यों बोले चाख मारी बोलत बोलत बड़ है बेकारा बिन बोले क्या कर है बिचारा कहो कबीरा शूषा घट बोलै भरिया हुए सो कब हो ना डोलै कहो कबीरा शूषा घट बोलै भरिया हुए सो कबहू ना डोलै। वाहिगुरु जी का खालसा वाहिगुरु जी की फतेह। धन धन गुरुदेव जे संग हर जपे गुर कृपाल जपे ताप गुण सब छपे। ऐसे करण कारण दीन दयाल भगत बछला नाथ नाथ जगत गुरु श्री गुरु ग्रंथ साहिब जी महाराज जी की पवित्र पावन हजूरी च जुड़ बैठी गुरु की साजी और नवाजी हुई गुरु का खास रूप गुरु खालसा साध संगत जीओ धनता दे पात्र हो। अमृत वेले तो गुरु चरणा च जुड़ के सतगुरु गुरु ग्रंथ साहब दे दर्शन परस के आसा जी दी वार दे शब्द कीर्तन रागी ਸਿੰਘਾਂ तो आप जी ने सरवण कीते हैं। श्री मुखवाक दी दात सतगुरां ने बख्शिश कीती है। आओ कुछ समय लई अपनियां सुरतियां बिरतियां गुर शब्द नाल जोड़िए। महाराज जी दे पावन शब्द दी विचार नाल जुड़िए। एकाग्रता बनाउण निमित्त अपने मनां ते सुरतियां दी हाजरी गुरु चरनां विच लवाउण निमित्त समूह माई भाई आखो जी सतनाम श्री वाहिगुरु साहिब जी। सतनाम श्री वाहिगुरु साहिब जी। राग गौंड बाणी भगता की कबीर जी कर पहला एक ओंकार सत गुर प्रसाद। राग गौंड है भगतां दी बाणी प्रारंभ हो रही है। प्रथम सब तो पहला
ਕਬੀਰ ਜੀ ਮਹਾਰਾਜ ਜੀ ਦੀ ਬਾਣੀ ਪ੍ਰਾਰੰਭ ਹੋ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭਗਤ ਬਾਣੀ ਦੀ ਇਹ ਨਿਯਮਾਵਲੀ ਹੈ ਕਿ ਰਾਗ ਦੀ ਸਮਾਪਤੀ ਸਮੇਂ ਜਦੋਂ ਭਗਤ ਬਾਣੀ ਦੀ ਆਰੰਭਤਾ ਹੁੰਦੀ ਹੈ, ਗੁਰੂ ਸਾਹਿਬਾਨਾਂ ਦੀ ਬਾਣੀ ਦੀ ਸਮਾਪਤੀ ਤੋਂ ਉਪਰੰਤ, ਤਾਂ ਭਗਤ ਬਾਣੀ ਵਿੱਚ ਪ੍ਰਥਮ ਪਹਿਲਾਂ ਕਬੀਰ ਜੀ ਦੀ ਬਾਣੀ ਪ੍ਰਾਰੰਭ ਹੁੰਦੀ ਹੈ। ਤੋ ਕਬੀਰ ਜੀ ਮਹਾਰਾਜ ਇਹ ਪਾਵਨ ਪਵਿੱਤਰ ਬਾਣੀ, ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਨੇ, ਮੰਗਲਾਚਰਨ ਕਰਦੇ ਹਨ ਕਿ ਇੱਕ ਅਦੁੱਤੀ ਜਿਸ ਵਰਗਾ ਕੋਈ ਦੂਜਾ ਨਹੀਂ। ਉਹ ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਹੈ ਔਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ, ਸਤ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਕਿਰਪਾ ਦੁਆਰਾ ਉਸ ਨਿਰੰਕਾਰ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਇਹ ਮੰਗਲਾਚਰਨ ਕਰਕੇ ਮਹਾਰਾਜ ਜੀ ਸ਼ਬਦ ਦੀ ਪ੍ਰਾਰੰਭਤਾ ਕਰਦੇ ਹਨ। ਸੰਤ ਮਿਲੈ ਕਿਛ ਸੁਣੀਐ ਕਹੀਐ। ਮੰਗਲਾਚਰਨ ਕਰਕੇ ਕਿ ਉਹ ਅਕਾਲ ਪੁਰਖ ਪਰਮੇਸ਼ਰ ਗੁਰੂ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਫਿਰ ਫਰਮਾਉਂਦੇ ਹਨ ਕਿ ਸੰਤ ਮਿਲੈ ਕਿਛ ਸੁਣੀਐ ਕਹੀਐ। ਸੰਤ, ਸੰਤ ਜਿਹਦੇ ਚ ਸਤ ਹੈ ਉਹਨੂੰ ਸੰਤ ਕਹਿੰਦੇ ਹੈ। ਜਿਹੜਾ ਸਤ ਨਾਲ ਜੁੜ ਗਿਆ, ਸਤ ਨੂੰ ਧਾਰਨ ਕਰਦਾ, ਸਤ ਵਿੱਚ ਹੀ ਆਪਣੀ ਸੁਰਤ ਨੂੰ ਅਭੇਦ ਕਰਕੇ ਰੱਖਦਾ, ਉਹ ਸੰਤ ਹੈ। ਸਤ ਔਰ ਅਸਤ ਇਹਦੀ ਵਿਚਾਰ ਹੁੰਦੀ ਹੈ ਵਿਵੇਕ ਨਾਲ। ਵਿਵੇਕ ਬੁੱਧੀ ਦੁਆਰਾ ਜਦੋਂ ਸਾਰ ਅਸਾਰ, ਸਤ ਅਸਤ ਦਾ ਨਿਰਣਾ ਹੋ ਜਾਏ, ਫਿਰ ਅਸਤ ਦਾ ਤਿਆਗ ਕਰਕੇ ਸਤ ਨੂੰ ਗ੍ਰਹਿਣ ਕਰਨਾ। ਪਹਿਲਾਂ ਇਹ ਵਿਚਾਰ ਕਰਨੀ ਵੀ ਸਤ ਕੀ ਹੈ ਔਰ ਅਸਤ ਕੀ ਹੈ। ਤਾਂ ਵਿਚਾਰ ਹੁੰਦੀ ਹੈ ਕਿ ਸਤ ਪ੍ਰਮਾਤਮਾ ਹੈ, ਉਹਦੇ ਤੋਂ ਉਲਟ ਜਿਤਨਾ ਵੀ ਇਹ ਪਸਾਰਾ ਹੈ ਇਹ ਸਭ ਅਸਤ ਹੈ। ਨਸ਼ਵਰ ਹੈ, ਨਾਸ਼ਵਾਨ ਹੈ, ਬਿਨਸਣੇ ਵਾਲਾ ਹੈ, ਸਾਡੇ ਜਨਮ ਤੋਂ ਪਹਿਲਾਂ ਸਾਡੇ ਲਈ ਨਹੀਂ ਸੀ, ਮਰਨ ਤੋਂ ਬਾਅਦ ਵੀ ਇਹ ਸਾਡੇ ਲਈ ਨਹੀਂ ਰਹੇਗਾ। ਵਰਤਮਾਨ ਦੇ ਸਮੇਂ 'ਚ ਕੇਵਲ ਭਾਸਦਾ ਹੈ ਪਰ ਇਹ ਸਤ ਨਹੀਂ। ਇਸ ਨੂੰ ਅਸਤ ਜਾਣ ਕੇ ਇਹਦਾ ਤਿਆਗ ਕਰ ਦੇਣਾ ਔਰ ਸਤ ਨੂੰ ਗ੍ਰਹਿਣ ਕਰ ਲੈਣਾ। ਜਦੋਂ ਕੋਈ ਸਤ ਨੂੰ ਗ੍ਰਹਿਣ ਕਰ ਲੈਂਦਾ ਉਹਨੂੰ ਕਹਿੰਦੇ ਨੇ ਸੰਤ। ਇਸ ਤਰ੍ਹਾਂ ਵੀ ਕਹਿ ਸਕਦੇ ਹਾਂ, ਜਿਹਦੇ ਅੰਦਰ ਸਤੋ ਗੁਣ ਦੀ ਅੰਸ਼ ਬਹੁਤ ਵੱਧ ਹੋਵੇ, ਰਜੋ ਗੁਣ ਕੇਵਲ ਲੇਸ਼ ਮਾਤਰ ਹੀ ਹੋਵੇ ਔਰ ਤਮੋ ਗੁਣ ਬਿਲਕੁਲ ਹੀ ਨਾ ਹੋਵੇ, ਉਹਨੂੰ ਕਹਿੰਦੇ ਆ ਸੰਤ। ਜਿਹਦੇ ਅੰਦਰ ਸਤੋ ਗੁਣ ਦੀ ਅੰਸ਼ ਵੱਧ ਹੈ। ਪਾਤਸ਼ਾਹ ਨੇ ਗੁਰਬਾਣੀ ਵਿੱਚ ਸੰਤ ਦੀ ਪਰਿਭਾਸ਼ਾ ਦੱਸੀ ਹੈ ਕਿ ਸੰਤ ਉਹ ਹੈ ਜਿਹਨੂੰ ਸਵਾਸ ਗਰਾਸ ਪਰਮੇਸ਼ਰ ਦਾ ਨਾਮ ਨਾ ਵਿਸਰੇ। ਹਰ ਸਾਹ ਨਾਲ, ਹਰ ਗਰਾਸ ਨਾਲ ਉਸ ਪਾਰ ਬ੍ਰਹਮ ਪਰਮੇਸ਼ਰ ਦਾ ਚਿੰਤਨ ਕਰੇ, ਅਕਾਲ ਪੁਰਖ ਦੀ ਬੰਦਗੀ ਕਰੇ, ਉਹਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਕੇ ਰੱਖੇ, ਉਹਨੂੰ ਸੰਤ ਕਹਿੰਦੇ। ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਜਿਨ੍ਹਾਂ ਦੇ ਮਨ ਵਿੱਚ ਹਰੀ ਦੇ ਨਾਮ ਦਾ ਮੰਤਰ ਵਸਦਾ ਹੈ ਔਰ ਇਸ ਮੰਤਰ ਨੂੰ ਆਪਣੇ ਹਿਰਦੇ ਚੋਂ ਸਵਾਸ ਗਰਾਸ ਨਹੀਂ ਵਿਸਾਰਦੇ, ਅਸਲ ਵਿੱਚ ਉਹੀ ਪੂਰਨ ਸੰਤ ਨੇ। ਕੋਈ ਐਸਾ ਸੰਤ ਮਿਲੇ, ਨਾਮ ਜਪਣ ਵਾਲਾ, ਨਾਮ ਦਾ ਅਭਿਆਸੀ, ਤਾਂ ਪਾਤਸ਼ਾਹ ਕਹਿੰਦੇ ਸੰਤ ਮਿਲੈ ਕਿਛ ਸੁਣੀਐ ਕਹੀਐ। ਕੋਈ ਐਸਾ ਸੰਤ ਮਿਲੇ, ਉਹਦੇ ਨਾਲ ਮਿਲ ਕੇ ਮਹਾਰਾਜ ਜੀ ਕਹਿੰਦੇ ਉਹਦੇ ਕੋਲੋਂ ਕੁਝ ਸੁਣੀਏ, ਉਹਦੇ ਬਚਨ ਸੁਣੀਏ ਔਰ ਕੁਝ ਆਪਣੇ ਮਨੋਂ ਭਾਵ ਉਹਨਾਂ ਅੱਗੇ ਕਹੀਏ, ਬਿਆਨ ਕਰੀਏ। ਇੱਕ ਬੜਾ ਵੱਡਾ ਦੁਖਾਂਤ ਹੈ ਸਾਡੇ ਸਮਾਜ ਦਾ। ਅਗਰ ਕੋਈ ਸੰਤ ਮਹਾਤਮਾ ਬੰਦਗੀ ਵਾਲਾ ਸਾਨੂੰ ਦਿਸੇ ਵੀ
ਤਾਂ ਅਸੀਂ ਉਹਨੂੰ ਮਿਲ ਕੇ ਕੋਈ ਆਪਣੇ ਨਿਜ ਸਵਰੂਪ ਬਾਰੇ ਜਾਂ ਪਰਮਾਰਥ ਦੀ ਸੋਝੀ ਬਾਰੇ ਕੋਈ ਐਸੀ ਅਧਿਆਤਮਿਕ ਜਗਤ ਦੀ ਗੱਲ ਨਹੀਂ ਕਰਦੇ। ਸਾਡੀਆਂ ਗੱਲਾਂ ਉਹਨਾਂ ਮਹਾਂਪੁਰਸ਼ਾਂ ਪਾਸ ਕੋਲ ਜਾ ਕੇ ਵੀ ਦੁਨਿਆਵੀ ਹੁੰਦੀਆਂ। ਜੀ ਸਾਨੂੰ ਆਹ ਦਿੱਕਤ ਹੈ ਜੀ, ਸਾਡੇ ਪਰਿਵਾਰ 'ਚ ਆਹ ਪਰੇਸ਼ਾਨੀ ਹੈ ਜੀ, ਬੱਚੇ ਆਖੇ ਨਹੀਂ ਲੱਗਦੇ ਜੀ, ਉਹਦਾ ਇਹ ਕਾਰਜ ਨਹੀਂ ਹੁੰਦਾ ਜੀ। ਉਹਨਾਂ ਮਹਾਂਪੁਰਸ਼ਾਂ ਸੰਤਾਂ ਦੇ ਕੋਲ ਵੀ ਜਾ ਕੇ ਆਪਣੇ ਦੁਨਿਆਵੀ ਧੰਦੇ ਹੀ ਪਿੱਟਦੇ। ਹਾਲਾਂਕਿ ਚਾਹੀਦਾ ਤਾਂ ਇਹ ਸੀ ਕਿਸੇ ਮਹਾਤਮਾ ਕੋਲ, ਸਾਧੂ ਕੋਲ ਜਾ ਕੇ ਉਹਨੂੰ ਪੁੱਛਣਾ ਅਧਿਆਤਮਿਕ ਜਗਤ ਦੀਆਂ ਬਾਤਾਂ, ਆਪਣੇ ਨਿਜ ਸਰੂਪ ਦੇ ਬਾਰੇ, ਪਰਮਾਰਥ ਬਾਰੇ, ਅਕਾਲ ਪੁਰਖ ਦੇ ਬਚਨ ਸੁਣਨੇ, ਇਹ ਚਾਹੀਦਾ ਸੀ, ਪਰ ਇਹ ਬਹੁਤ ਘੱਟ ਹੁੰਦਾ। ਮਹਾਰਾਜ ਜੀ ਕਹਿੰਦੇ ਕੋਈ ਸੰਤ ਮਿਲੇ, ਪਹਿਲੀ ਗੱਲ ਅੱਜ ਦੇ ਸਮੇਂ 'ਚ ਸੰਤ ਮਿਲਦੇ ਬਹੁਤ ਬਿਰਲੇ ਹਨ। ਸਮਾਂ ਬੜਾ ਭਿਆਨਕ ਹੈ, ਪਰ ਐਸਾ ਨਹੀਂ ਕਿ ਸੰਤ ਹੁੰਦੇ ਨਹੀਂ। ਕਲੀ ਕਾਲ ਦੇ ਇਸ ਸਮੇਂ ਵਿੱਚ ਵਰਤਾਰਾ ਬੜਾ ਭਿਆਨਕ ਚੱਲ ਰਿਹਾ ਹੈ। ਅੱਜ ਦੇ ਇਸ ਸਮੇਂ ਵਿੱਚ ਕਿਤੇ ਕਿਤੇ ਟਾਵੇਂ ਟਾਵੇਂ ਰੱਬ ਦੇ ਪਿਆਰੇ ਹਨ, ਤਦੇ ਧਰਤੀ ਟਿਕੀ ਆ ਉਹਨਾਂ ਦੀ ਬੰਦਗੀ ਕਰਕੇ। ਮਹਾਰਾਜ ਜੀ ਕਹਿੰਦੇ ਮਿਲਣ ਤਾਂ ਉਹਨਾਂ ਨਾਲ ਕੁਝ ਸੁਣੀਏ, ਉਹਨਾਂ ਦੇ ਕੁਝ ਬਚਨ ਸੁਣ ਕੇ ਫਿਰ ਆਪਣੇ ਅੰਦਰ ਦੀ ਵਾਰਤਾ ਉਹਨਾਂ ਨੂੰ ਕਹੀਏ। ਮਿਲੈ ਅਸੰਤ ਮਸਟ ਕਰ ਰਹੀਐ। ਔਰ ਅਗਰ ਕੋਈ ਅਸੰਤ ਮਿਲੇ, ਅਸੰਤ ਕਿਹਨੂੰ ਕਹਿੰਦੇ ਆ? ਜਿਹੜਾ ਸਾਕਤ ਹੋਵੇ, ਦੁਰਜਨ ਹੋਵੇ, ਮਨਮੁਖ ਹੋਵੇ। ਪਾਤਸ਼ਾਹ ਕਹਿੰਦੇ ਅਗਰ ਕੋਈ ਐਸਾ ਅਸੰਤ ਮਿਲਦਾ ਹੈ, ਸਾਕਤ ਤੇ ਮਨਮੁਖ ਮਿਲਦਾ ਹੈ, ਤਾਂ ਭਾਈ ਉਹਨੂੰ ਮਿਲ ਕੇ ਫਿਰ ਚੁੱਪ ਹੀ ਰਹਿਣਾ ਚਾਹੀਦਾ। ਮਸਟ ਕਰ ਰਹੀਐ, ਮਸਟ ਕਹਿੰਦੇ ਨੇ ਚੁੱਪ ਰਹਿਣਾ। ਸਾਕਤ ਬੰਦੇ ਕੋਲ ਜਾ ਕੇ ਕੁਝ ਸੁਣੋਗੇ ਤਾਂ ਉਹਦੀ ਦੁਰਜਨਤਾਈ ਦੀਆਂ ਗੱਲਾਂ ਨੂੰ ਸੁਣ ਕੇ ਹਿਰਦੇ ਵਿੱਚ ਵਸਾਓਗੇ। ਉਹਨੇ ਤਾਂ ਮਨਮੁਖਾਂ ਵਾਲੇ ਹੀ ਬੋਲ ਬੋਲਣੇ ਆ, ਕੋਈ ਸੰਸਾਰੀ ਬੋਲ ਹੀ ਬੋਲਣੇ ਆ, ਪਰਮਾਰਥ ਦੀ ਗੱਲ ਤਾਂ ਨਹੀਂ ਨਾ ਕਰਨੀ ਆ ਸੰਤ ਨੇ, ਸਾਕਤ ਬੰਦੇ ਨੇ। ਇਸ ਕਰਕੇ ਜੇ ਕੋਈ ਅਸੰਤ ਟੱਕਰ ਜਾਏ ਤਾਂ ਫਿਰ ਚੁੱਪ ਹੀ ਰਹੀਏ, ਨਾ ਕੁਝ ਬੋਲੀਏ ਤੇ ਨਾ ਉਹਦੇ ਕੋਲੋਂ ਕੁਝ ਸੁਣੀਏ। ਕੋਈ ਮਹਾਤਮਾ ਮਿਲੇ ਤਾਂ ਵਿਚਾਰ ਕਰੀਏ, ਗੋਸ਼ਟ ਕਰੀਏ, ਨਿਰੰਕਾਰ ਪਰਮੇਸ਼ਰ ਦੇ ਘਰ ਦੀਆਂ ਬਾਤਾਂ ਕਰੀਏ, ਸੁਣੀਏ। ਕੋਈ ਸਾਕਤ ਤੇ ਦੁਰਜਨ ਮਿਲ ਜਾਏ ਤਾਂ ਫਿਰ ਚੁੱਪ ਰਹੋ। ਪਾਤਸ਼ਾਹ ਕਹਿੰਦੇ ਫਿਰ ਤਾਂ ਚੁੱਪ ਕਰਕੇ ਹੀ ਰਹੋ, ਨਾ ਉਹਦੀਆਂ ਕੋਈ ਗੱਲਾਂ ਸੁਣੋ ਤੇ ਨਾ ਕੁਝ ਬੋਲੋ। ਹਾਂਜੀ ਬਾਬਾ ਬੋਲਣਾ ਕਿਆ ਕਹੀਐ। ਇੱਕ ਅਵਸਥਾ ਐਸੀ ਵੀ ਬਣਦੀ ਹੈ ਜਿੱਥੇ ਜਾ ਕੇ ਅਵਸਥਾ ਹੋ ਜਾਂਦੀ ਹੈ ਕਿ ਹੇ ਬਾਬਾ ਹੁਣ ਮੈਂ ਕੀ ਬੋਲਾਂ ਤੇ ਕੀ ਕਹਾਂ। ਬੋਲਣ ਨੂੰ ਕੁਝ ਨਹੀਂ, ਕਹਿਣ ਨੂੰ ਕੁਝ ਵੀ ਨਹੀਂ। ਜਿਵੇਂ ਕੋਈ ਗੂੰਗਾ ਗੁੜ ਖਾ ਕੇ ਉਹਦਾ ਸਵਾਦ ਨਹੀਂ ਦੱਸ ਸਕਦਾ, ਇੱਕ ਅਵਸਥਾ ਐਸੀ ਵੀ ਬਣ ਜਾਂਦੀ ਹੈ ਸਾਧਨਾ ਕਰਦਿਆਂ ਕਰਦਿਆਂ, ਜਿੱਥੇ ਜਾ ਕੇ ਅਵਸਥਾ ਵਿੱਚ ਪਹੁੰਚ ਕੇ ਕਹੀਦਾ ਬਾਬਾ ਹੁਣ ਕੀ ਬੋਲੀਏ, ਕੀ ਕਹੀਏ, ਕੀ ਆਖੀਏ। ਬਾਬਾ ਬੋਲਣਾ ਕਿਆ ਕਹੀਏ, ਹੁਣ ਬਾਬਾ ਜੀ ਕੀ ਬੋਲੀਏ, ਕੀ ਆਖੀਏ, ਕੀ ਕਹੀਏ। ਹਾਂਜੀ ਜੈਸੇ RAM ਨਾਮ ਰਵ ਰਹੀਐ। ਹੁਣ ਤਾਂ ਕੁਝ ਇਹੋ ਜਿਹੇ ਬੋਲ ਬੋਲੀਏ ਜਿਨ੍ਹਾਂ ਦੁਆਰਾ RAM ਦੇ ਨਾਮ ਦੇ ਵਿੱਚ ਰਮੇ ਰਹੀਏ। ਅੱਠੇ ਪੈਰ, ਅੱਠੇ ਪੈਰ ਸੁਰਤੀ ਵਿੱਚ ਜਿਸ ਦੇ ਨਾਲ ਪਰਮੇਸ਼ਰ ਦਾ ਚਿੰਤਨ ਚੱਲੇ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ 'ਚ ਹੀ ਸੁਰਤੀ ਰਮੀ ਰਹੇ। ਹਾਂ ਹੁਣ ਤਾਂ ਕੁਝ ਐਸਾ ਕਰੀਏ ਕਿ ਜਿਸ ਨਾਲ ਰਾਮ ਨਾਮ ਨੂੰ ਜਪਦੇ ਰਹੀਏ। ਰਹਾਉ ਸੰਤਨ ਸਿਉ ਬੋਲੇ ਉਪਕਾਰੀ। ਕਿਸੇ ਸੰਤ ਨਾਲ ਬੋਲੋਗੇ ਤੁਹਾਡੇ ਤੇ ਉਪਕਾਰ ਹੋਵੇਗਾ। ਉਹ ਮਹਾਤਮਾ ਤੁਹਾਡੇ ਤੇ ਉਪਕਾਰ ਕਰਕੇ ਤੁਹਾਨੂੰ ਕੋਈ ਪਰਮਾਰਥ ਦੀ ਸੋਝੀ ਬਖਸ਼ੇਗਾ। ਕਿਸੇ ਸੰਤ ਨਾਲ ਬੋਲੋਗੇ ਤੁਹਾਡਾ ਭਲਾ ਹੋਵੇਗਾ, ਤੁਹਾਡੀ ਕਲਿਆਣ ਹੋਵੇਗੀ, ਤੁਹਾਡੇ ਤੇ ਉਪਕਾਰ ਹੋਵੇਗਾ। ਕਿਉਂਕਿ ਉਹਦੇ ਬੋਲੇ ਹੋਏ ਬੋਲ
ਤੁਹਾਡੇ ਜੀਵਨ ਨੂੰ ਬਦਲ ਸਕਦੇ। ਕਿ ਰੱਬ ਦੇ ਪਿਆਰਿਆਂ ਦੇ ਬੋਲੇ ਹੋਏ ਬੋਲ ਐਸੇ ਸ਼ਕਤੀ ਵਾਲੇ ਬੋਲ ਨੇ ਕਿ ਉਹ ਵੱਡੇ ਤੋਂ ਵੱਡੇ ਟੇਢੇ ਰਾਹ ਤੇ ਚੱਲਣ ਵਾਲੇ ਨੂੰ ਵੀ ਆਪਣੇ ਬੋਲਾਂ ਨਾਲ, ਆਪਣੇ ਬਚਨਾਂ ਨਾਲ ਸਿੱਧੇ ਰਸਤੇ ਤੇ ਪਾ ਲੈਂਦੇ। ਉਹਨਾਂ ਦਾ ਬੋਲਾਂ ਵਿੱਚ ਸ਼ਕਤੀ ਹੈ, ਉਹਨਾਂ ਦੇ ਬੋਲਾਂ ਵਿੱਚ ਵੀ ਕਲਾ ਹੈ। ਬਸ ਇਤਨਾ ਹੀ ਕਹਿੰਦੇ ਆ, ਭਾਈ ਇਹ ਮਾੜੇ ਕਰਮ ਛੱਡ ਦੇ, ਤਿਆਗ ਦੇ। ਐਸਾ ਅਸਰ ਹੁੰਦਾ ਉਹਨਾਂ ਦੇ ਬੋਲਾਂ ਵਿੱਚ ਕਿ ਉਹਨਾਂ ਦੇ ਬੋਲਾਂ ਨਾਲ ਕਈਆਂ ਦਾ ਪਾਰ ਉਤਾਰਾ ਹੋ ਜਾਂਦਾ ਹੈ। ਐਸੇ ਪਰਉਪਕਾਰੀ ਬੋਲ ਨੇ ਰੱਬ ਦੇ ਪਿਆਰਿਆਂ ਦੇ। ਇਸ ਕਰਕੇ ਕਹਿੰਦੇ ਸੰਤਨ ਸਿਉ ਬੋਲੇ ਉਪਕਾਰੀ। ਸੰਤ ਜਨਾਂ ਨਾਲ ਬੋਲਣਾ ਇਹ ਉਪਕਾਰ ਹੈ। ਮੂਰਖ ਸਿਉ ਬੋਲੇ ਝੱਖ ਮਾਰੀ। ਔਰ ਕਿਸੇ ਮੂਰਖ ਨਾਲ ਬੋਲਣਾ, ਕਿਸੇ ਠੱਗ ਨਾਲ ਬੋਲਣਾ, ਕਹਿੰਦੇ ਉਹਦੇ ਨਾਲ ਬੋਲਣਾ ਝੱਖ ਮਾਰਨ ਦੇ ਤੁੱਲ ਹੈ। ਇਸੇ ਕਰਕੇ ਮਹਾਰਾਜ ਜੀ ਕਹਿੰਦੇ ਮੂਰਖ ਨਾਲ ਲੁੱਝਣ ਦੀ ਲੋੜ ਹੀ ਨਹੀਂ। ਇੱਕ ਕਹਿਵਤ ਹੈ, ਉਹ ਕਹਿੰਦੇ ਗਿਆਨੀ ਕੇ ਹਮ ਗੁਰੂ ਹੈ, ਮੂਰਖ ਕੇ ਹਮ ਦਾਸ। ਗਿਆਨੀ ਕੇ ਹਮ ਗੁਰੂ ਹੈ, ਮੂਰਖ ਕੇ ਹਮ ਦਾਸ। ਕੋਈ ਗਿਆਨਵਾਨ ਹੋਵੇ ਉਹਦੇ ਨਾਲ ਗੱਲ ਕਰਨ ਵਿੱਚ ਅਸੀਂ ਵੀ ਸક્ષਮ ਹਾਂ, ਪਰ ਕੋਈ ਮੂਰਖ ਮਿਲ ਜਾਏ ਉਹਦੇ ਅੱਗੇ ਹੱਥ ਜੋੜ ਕੇ ਦਾਸ ਹੀ ਬਣ ਜਾਓ, ਮਹਾਰਾਜ ਸਾਨੂੰ ਨਹੀਂ ਕੁਝ ਆਉਂਦਾ। ਕਿਉਂਕਿ ਤੁਸੀਂ ਸਹੀ ਵੀ ਕਹਿਣਾ ਤੇ ਮੂਰਖ ਨੇ ਕਹਿਣਾ ਗਲਤ ਹੈ, ਉਹਨੇ ਸਮਝਣਾ ਹੀ ਨਹੀਂ। ਇਸ ਕਰਕੇ ਪਾਤਸ਼ਾਹ ਕਹਿੰਦੇ ਮੂਰਖ ਨਾਲ ਬੋਲਣਾ ਝੱਖ ਮਾਰਨ ਦੇ ਤੁੱਲ ਹੈ। ਮੂਰਖ ਨਾਲ ਕੋਈ ਗੱਲ ਕਹੋ, ਤੁਹਾਡੀ ਕਈ ਗੱਲ ਦਾ ਉਹਨੇ ਅੰਦਾਜ਼ਾ ਹੀ ਪੁੱਠਾ ਲਾਉਣਾ, ਗਲਤ ਅੰਦਾਜ਼ਾ ਲਾਉਣਾ। ਤੁਸੀਂ ਜੋ ਕਹਿਣਾ, ਜਿਸ ਭਾਵ 'ਚ ਕਹਿਣਾ, ਉਹਨੇ ਭਾਵ ਹੀ ਕੁਝ ਹੋਰ ਸਮਝ ਲੈਣੇ। ਇਸ ਕਰਕੇ ਪਾਤਸ਼ਾਹ ਕਹਿੰਦੇ ਮੂਰਖਾਂ ਨਾਲ ਬੋਲਣਾ ਝੱਖ ਮਾਰਨ ਦੇ ਤੁੱਲ ਹੈ। ਬੋਲਤ ਬੋਲਤ ਵੱਡਾ ਹੈ ਵਿਕਾਰਾ। ਮੂਰਖ ਨਾਲ ਬੋਲੋਗੇ, ਗੱਲਬਾਤ ਕਰੋਗੇ, ਵਾਰਤਾਲਾਪ ਕਰੋਗੇ ਤੇ ਮੂਰਖ ਨਾਲ ਬੋਲਦਿਆਂ ਬੋਲਦਿਆਂ ਤੁਹਾਡੇ ਅੰਦਰ ਵਿਕਾਰ ਵਧਣਗੇ, ਘਟਣਗੇ ਨਹੀਂ। ਬੋਲਤ ਬੋਲਤ ਬੜ੍ਹੈ ਵਿਕਾਰ। ਜਦੋਂ ਮੂਰਖ ਕ੍ਰਿਜੇਗਾ, ਤੁਸੀਂ ਕਹੋਗੇ ਕੋਈ ਗੱਲ ਤੇ ਉਹ ਕੁਝ ਹੋਰ ਸਮਝੇਗਾ, ਫਿਰ ਤੁਸੀਂ ਵੀ ਪਰੇਸ਼ਾਨ ਹੋਵੋਗੇ, ਆਹਤ ਹੋਵੋਗੇ, ਮਨ ਵਿਕਾਰੀ ਹੋਵੇਗਾ, ਪਰੇਸ਼ਾਨ ਹੋਵੇਗਾ, ਦੁਖੀ ਹੋਵੇਗਾ। ਇਹਦੇ ਨਾਲੋਂ ਚੰਗਾ ਕਿ ਮੂਰਖ ਨਾਲ ਬੋਲੋ ਹੀ ਨਾ। ਜਿਸ ਨਾਲ ਬੋਲਿਆ ਤੁਹਾਡਾ ਮਨ ਪਰੇਸ਼ਾਨ ਹੋ ਜਾਏ, ਫਿਰ ਕਿਉਂ ਬੋਲਣਾ ਉਹਦੇ ਨਾਲ, ਕਿਉਂ ਗੱਲ ਕਰਨੀ। ਜਿਸ ਨਾਲ ਬੋਲਿਆ ਤੁਹਾਡੇ ਮਨ ਦੇ ਭਾਵ ਇੱਕਦਮ ਆਵੇਸ਼ ਵਿੱਚ ਆ ਜਾਣ ਤੇ ਫਿਰ ਕਿਉਂ ਬੋਲੋ, ਉਹਦੇ ਨਾਲ ਬੋਲੋ ਹੀ ਨਾ। ਪਾਤਸ਼ਾਹ ਕਹਿੰਦੇ ਮੂਰਖਾਂ ਨਾਲ ਬੋਲਦਿਆਂ ਬੋਲਦਿਆਂ ਹਿਰਦੇ 'ਚ ਵਿਕਾਰ ਵੱਧਦੇ ਹਨ। ਬਿਨ ਬੋਲੇ ਕਿਆ ਕਰਹਿ ਵਿਚਾਰਾ। ਪਰ ਮੂਰਖ ਦੀ ਸਮੱਸਿਆ ਇਹ ਹੈ ਵੀ ਉਹ ਬੋਲੇ ਬਿਨਾਂ ਰਹਿੰਦਾ ਨਹੀਂ। ਕਈ ਬਲ ਦੱਸੇ ਆ। ਇੱਕ ਬੱਚੇ ਦਾ ਬਲ ਕੀ ਹੁੰਦਾ ਹੈ? ਇੱਕ ਬੱਚੇ ਦਾ ਬਲ ਹੁੰਦਾ ਰੁੱਠ ਜਾਣਾ, ਰੋਣਾ ਤੇ ਰੁੱਸ ਜਾਣਾ। ਇਹ ਬੱਚੇ ਦਾ ਬਲ ਹੈ। ਜਦੋਂ ਰੁੱਸ ਜਾਏ ਤੇ ਰੋਵੇ ਤੇ ਫਿਰ ਮਾਂ ਪਿਓ ਨੂੰ ਉਹਦੀ ਜਿੱਦ ਮੰਨਣੀ ਪੈਂਦੀ। ਇੱਕ ਰਾਜੇ ਦਾ ਬਲ ਹੈ ਉਹਦੀ ਸੈਨਾ। ਉਹ ਆਪਣੀ ਸੈਨਾ ਕਰਕੇ ਬਲਵਾਨ ਹੈ, ਆਪਣੀ ਫੌਜ ਕਰਕੇ ਬਲਵਾਨ ਹੈ। ਇਸੇ ਤਰ੍ਹਾਂ ਇੱਕ ਮੂਰਖ ਦਾ ਬਲ ਹੈ ਮੌਨ ਹੋ ਜਾਣਾ, ਚੁੱਪ ਰਹਿਣਾ। ਮੂਰਖ ਉਦੋਂ ਤੱਕ ਹੀ ਸਮਾਜ ਵਿੱਚ ਸੋਭਨੀਕ ਹੁੰਦਾ ਹੈ ਜਦੋਂ ਤੱਕ ਉਹ ਬੋਲਦਾ ਨਹੀਂ। ਉਦੋਂ ਤੱਕ ਉਹ ਸਮਾਜ ਵਿੱਚ ਬੜਾ ਵਧੀਆ, ਬੜਾ ਚੰਗਾ ਲੱਗਦਾ। ਕਈ ਵਾਰ ਅਸੀਂ ਵੇਖਦੇ ਐਸੇ ਬਹੁਤ ਵਿਅਕਤੀ ਕੱਪੜੇ ਬੜੇ ਸੋਹਣੇ ਪਾਏ ਹੁੰਦੇ ਆ, ਪੋਸ਼ਾਕ ਬੜੀ ਸੁੰਦਰ, ਚਿਹਰਾ ਮੋਹਰਾ ਬੜਾ ਸੁੰਦਰ, ਤੇ ਚੁੱਪ ਰਹੇ ਤੇ ਕਹਿੰਦੇ ਆ ਬੜਾ ਪ੍ਰਭਾਵਸ਼ਾਲੀ ਵਿਅਕਤੀ ਹੈ। ਪਰ ਜਦੋਂ ਬੋਲਦਾ ਤੇ ਮੂਰਖਾਂ ਵਾਲੀ ਕੋਈ ਗੱਲ ਕਹਿ ਦੇਵੇ, ਇੱਕਦਮ ਉਹਦੀ ਸਾਰੀ ਪਰਸਨੈਲਿਟੀ ਖਤਮ ਹੋ ਜਾਂਦੀ ਹੈ। ਕਿਉਂਕਿ ਮੂਰਖ ਕਾ ਬਲ ਮੌਨ ਹੈ। ਮੂਰਖ ਦਾ ਬਲ ਹੈ ਮੌਨ ਰਹਿਣਾ, ਪਰ ਉਹ ਚੁੱਪ ਰਹਿ ਨਹੀਂ ਸਕਦਾ। ਉਹਨੂੰ ਕੋਈ ਲੱਖ ਕਹੇ ਵੀ ਚੁੱਪ ਰਹਿ, ਪਰ ਉਹਨੇ ਚੁੱਪ ਰਹਿਣਾ ਨਹੀਂ, ਜਿਹੜਾ ਹੈ ਹੀ ਮੂਰਖ।
ਪਾਤਸ਼ਾਹ ਕਹਿੰਦੇ ਆ ਬਿਨਾਂ ਬੋਲਿਓ ਕੀ ਕਰੇ ਵਿਚਾਰਾ, ਉਹਦੇ ਕੋਲ ਰਿਹਾ ਨਹੀਂ ਜਾਂਦਾ ਬੋਲੇ ਬਿਨਾਂ। ਮੂਰਖ ਨੇ ਕੋਈ ਨਾ ਕੋਈ ਬੋਲ ਕਬੋਲ ਬੋਲਣੇ ਹੀ ਬੋਲਣੇ ਹਨ, ਇਹ ਉਹਦਾ ਸੁਭਾਅ ਹੈ। ਕਹੋ ਕਬੀਰ ਛੂਛਾ ਘਟ ਬੋਲੇ। ਕਬੀਰ ਜੀ ਮਹਾਰਾਜ ਜੀ ਫਰਮਾਉਂਦੇ ਆ ਜਿਹੜਾ ਖਾਲੀ ਘੜਾ ਉਹ ਵੱਧ ਬੋਲਦਾ ਹੈ। ਘੜਾ ਇੱਕ ਸਾਜ਼ ਵੀ ਆ, ਬੜੇ ਸਜੰਦੇ ਜਿਹੜੇ ਵਜਈਏ ਨੇ ਉਹ ਘੜਾ ਵੀ ਵਜਾਉਂਦੇ ਆ, ਉਹਦੇ ਵਿੱਚੋਂ ਵੀ ਸਾਜ਼, ਪਰ ਉਹ ਖਾਲੀ ਘੜਾ ਹੁੰਦਾ ਤਦੇ ਵੱਜਦਾ ਨਾ, ਭਰਿਆ ਹੋਇਆ ਤਾਂ ਨਹੀਂ ਬੋਲਦਾ। ਖਾਲੀ ਹੋਵੇ ਤਾਂ ਉਹਦੇ ਚੋਂ ਸੁਰਾਂ ਨਿਕਲਦੀਆਂ ਨੇ, ਉਹਦੇ ਚੋਂ ਤਾਲ ਨਿਕਲਦੇ ਆ। ਖਾਲੀ ਘੜਾ ਹਮੇਸ਼ਾ ਬੋਲਦਾ, ਜਿਹਦਾ ਹਿਰਦਾ ਖਾਲੀ ਹੈ ਉਹਦੇ ਕੋਲ ਗੱਲਾਂ ਬਹੁਤ ਹੋਣਗੀਆਂ। ਪਰਮੇਸ਼ਰ ਦੀ ਬੰਦਗੀ ਤੋਂ ਵਿਹੂਣਾ ਮਨੁੱਖ ਗੱਲਾਂ ਬਹੁਤ ਕਰੇਗਾ, ਬੋਲੇਗਾ ਬਹੁਤ, ਇਤਨਾ ਬੋਲੇਗਾ ਕਿ ਤੁਸੀਂ ਸੋਚੋਗੇ ਵੀ ਸ਼ਾਇਦ ਇਹ ਬੰਦਾ ਦੁਨੀਆ ਦਾ ਸਾਰਾ ਹੀ ਗਿਆਨ ਆਪਣੇ ਕੋਲ ਇਕੱਠਾ ਕਰੀ ਬੈਠਾ। ਖਾਲੀ ਹੈ ਨਾ, ਹੈ ਅੰਦਰੋਂ। ਅੰਦਰੋਂ ਖਾਲੀ ਮਨੁੱਖ ਵੱਧ ਬੋਲੇਗਾ, ਇਤਨਾ ਬੋਲੇਗਾ ਕਿ ਬੋਲ ਬੋਲ ਕੇ ਕਹੇਗਾ ਲੋਕਾਂ ਨੂੰ ਕਿ ਮੇਰੇ ਜਿਹਾ ਵਿਦਵਾਨ ਕੋਈ ਨਹੀਂ, ਮੇਰੇ ਜਿਹਾ ਗਿਆਨੀ ਕੋਈ ਨਹੀਂ। ਜਿਹੜਾ ਸਾਧਕ ਹੁੰਦਾ, ਜਿਹਦੇ ਅੰਦਰ ਕੁਝ ਸਾਧਨਾ ਦੀ ਕਣੀ ਹੁੰਦੀ ਹੈ, ਉਹਦਾ ਬੋਲਣਾ ਉਤਨਾ ਹੀ ਘੱਟ ਹੋ ਜਾਂਦਾ। ਉਹ ਬੋਲਦਾ ਹੈ ਪਰ ਕਦੇ ਕਿਤੇ ਬੋਲਦਾ ਹੈ, ਔਰ ਇਹੋ ਜਿਹੇ ਬੋਲ ਬੋਲਦਾ ਕਿ ਜਿਨ੍ਹਾਂ ਬੋਲੇ ਹੋਏ ਬੋਲਾਂ ਨਾਲ ਕਈਆਂ ਦੀ ਜ਼ਿੰਦਗੀ ਬਦਲ ਜਾਂਦੀ ਹੈ। ਖਾਲੀ ਘੜਾ ਬਹੁਤ ਬੋਲਦਾ, ਜਿਸ ਦਾ ਹਿਰਦਾ ਖਾਲੀ ਹੈ, ਪਰਮੇਸ਼ਰ ਦੀ ਬੰਦਗੀ ਤੋਂ ਵਿਹੂਣਾ ਸੱਖਣ ਹੈ। ਉਹ ਅਸਮਾਨ ਨੂੰ ਟਾਕੀਆਂ ਲਾ ਲੈਂਦੇ ਆ ਗੱਲਾਂ ਨਾਲ, ਅਸਮਾਨ ਨੂੰ। ਹਰ ਜਸ ਸੁਨਾ ਨਾ ਹਰ ਗੁਣ ਗਾਵੈ, ਬਾਤਨ ਹੀ ਅਸਮਾਨ ਗਿਰਾਵੈ। ਪਾਤਸ਼ਾਹ ਕਹਿੰਦੇ ਨਾ ਹਰੀ ਜਸ ਸੁਣਦੇ ਆ ਨਾ ਕਹਿੰਦੇ ਆ, ਪਰ ਗੱਲਾਂ ਨਾਲ ਅਸਮਾਨ ਨੂੰ ਟਾਕੀਆਂ ਲਾ ਲੈਂਦੇ ਆ, ਗੱਲਾਂ ਨਾਲ ਅਸਮਾਨ ਨੂੰ ਥੱਲੇ ਜ਼ਮੀਨ ਤੇ ਲਾ ਲੈਂਦੇ ਆ। ਤੋ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਰੰਗਾਂ ਵਿੱਚ ਰੰਗੇ ਹੋਏ ਘੱਟ ਬੋਲਦੇ, ਔਰ ਜਿਹੜੇ ਖਾਲੀ ਨੇ ਉਹ ਵੱਧ ਬੋਲਦੇ। ਇਹ ਸੁਭਾਵਕ ਹੈ। ਕਹੋ ਕਬੀਰ ਛੂਛਾ ਘੱਟ ਬੋਲੇ। ਖਾਲੀ ਘੜਾ ਕਬੀਰ ਜੀ ਮਹਾਰਾਜ ਜੀ ਕਹਿੰਦੇ ਬਹੁਤ ਬੋਲਦਾ ਹੈ। ਭਰਿਆ ਹੋਏ ਸੋ ਕਬਹੂ ਨਾ ਡੋਲੇ। ਜਿਹੜਾ ਭਰਿਆ ਹੋਇਆ ਉਹ ਕਦੇ ਨਹੀਂ ਡੋਲਦਾ। ਯਾਨੀ ਕਿ ਜਿਸ ਦੇ ਹਿਰਦੇ 'ਚ ਪਰਮੇਸ਼ਰ ਦੇ ਨਾਮ ਦੀ ਕਣੀ ਹੈ, ਨਾਮ ਦਾ ਕਿਨਕਾ ਹੈ, ਉਹ ਡੋਲਦਾ ਨਹੀਂ। ਮਹਾਤਮਾ ਬੁੱਧ ਆਪਣੇ ਸੇਵਕ ਆਨੰਦ ਨੂੰ ਕਹਿੰਦੇ ਹੈ, ਹੇ ਆਨੰਦ ਸੁਣ, ਤੈਨੂੰ ਇੱਕ ਪਤੇ ਦੀ ਗੱਲ ਦੱਸਾਂ। ਬੋਲੋ, ਘੱਟ ਬੋਲੋ। ਬੋਲਣਾ ਚਾਹੀਦਾ, ਗੱਲ ਕਰਨੀ ਚਾਹੀਦੀ ਹੈ। ਬੋਲੋ, ਘੱਟ ਬੋਲੋ, ਪਰ ਬੋਲਣ ਤੋਂ ਪਹਿਲਾਂ ਇਹ ਵਿਚਾਰ ਕੇ ਬੋਲੋ ਕਿ ਤੁਹਾਡਾ ਬੋਲਿਆ ਹੋਇਆ ਹਰ ਇੱਕ ਬੋਲ ਮਹਾਵਾਕ ਹੋਣਾ ਚਾਹੀਦਾ ਹੈ। ਬੋਲੋ, ਘੱਟ ਬੋਲੋ, ਪਰ ਬੋਲਣ ਤੋਂ ਪਹਿਲਾਂ ਇਹ ਸੋਚ ਕੇ ਬੋਲੋ, ਵਿਚਾਰ ਕੇ ਬੋਲੋ ਕਿ ਤੁਹਾਡਾ ਬੋਲਿਆ ਹੋਇਆ ਇਹ ਹਰ ਇੱਕ ਬੋਲ ਮਹਾਵਾਕ ਹੋਣਾ ਚਾਹੀਦਾ, ਜਿਹੜਾ ਕਿਸੇ ਦੇ ਜੀਵਨ ਨੂੰ, ਕਿਸੇ ਦੀ ਜ਼ਿੰਦਗੀ ਨੂੰ ਬਦਲ ਕੇ ਰੱਖਦਾ ਹੈ। ਭਰਿਆ ਹੋਇਆ ਨਹੀਂ ਡੋਲਦਾ। ਖਾਲੀ ਘੜਾ ਪਾਤਸ਼ਾਹ ਕਬੀਰ ਜੀ ਮਹਾਰਾਜ ਜੀ ਕਹਿੰਦੇ ਬਹੁਤ ਬੋਲਦਾ ਹੈ, ਭਰਿਆ ਹੋਇਆ ਕਦੇ ਨਹੀਂ ਡੋਲਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹੈ, ਮੂੰਹ ਭਰਿਆ ਕਿਉਂ ਬੋਲੀਐ। ਜਿਨ੍ਹਾਂ ਦਾ ਮੂੰਹ ਖਾਲੀ ਹੋਵੇ ਉਹ ਬੋਲਦੇ ਨੇ। ਜਿਹਨੇ ਮੂੰਹ ਦੇ ਵਿੱਚ ਚੰਗੀ ਤਰ੍ਹਾਂ ਭਰ ਕੇ ਦਾਣਿਆਂ ਦੀ ਮੁੱਠ ਪਾਈ ਹੋਵੇ ਤੇ ਚੱਬਦਾ ਹੋਵੇ, ਉਹਨੂੰ ਕਹੋ ਵੀ ਬੋਲ, ਤੇ ਉਹ ਕਿਵੇਂ ਬੋਲੇਗਾ ਜੇ ਮੂੰਹ ਭਰਿਆ ਹੋਵੇ। ਉਹ ਇਸ਼ਾਰਾ ਕਰਦਾ ਵੀ ਹਾਂ ਠਹਿਰ ਜਾ, ਆ ਜੋ ਮੂੰਹ 'ਚ ਪਾਇਆ ਮੈਂ ਨਿਗਲ ਲਾਂ ਫਿਰ ਬੋਲਦਾ।
ਕਹਿੰਦੇ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦਾ ਮੂੰਹ ਭਰਿਆ ਹੀ ਰਹਿੰਦਾ ਹਮੇਸ਼ਾ ਪਰਮੇਸ਼ਰ ਦੀ ਬੰਦਗੀ ਨਾਲ, ਉਹਦੇ ਨਾਮ ਨਾਲ। ਉਹ ਕਹਿੰਦੇ ਸਾਡੇ ਕੋਲ ਆ ਸੰਸਾਰੀ ਗੱਲਾਂ ਕਰਨ ਨੂੰ ਟਾਈਮ ਹੀ ਕੋਈ ਨਹੀਂ, ਬੋਲਣ ਨੂੰ ਟਾਈਮ ਹੀ ਕੋਈ ਨਹੀਂ। ਜਿਹੜੇ ਖਾਲੀ ਮੂੰਹ ਵਾਲੇ ਨੇ ਉਹ ਬੋਲਦੇ ਨੇ। ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਦੀ ਆਪ ਜੀ ਸਰਵਣ ਕਰ ਰਹੇ ਹੋ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਿਲਾਵਲ ਦੀ ਵਾਰ ਵਿੱਚ ਇਹ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ। ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਤ੍ਰਿਗ ਇਹ ਆਸਾ ਦੂਜੀ ਭਾਵ ਕੀ, ਜੋ ਮੋਹਿ ਮਾਇਆ ਚਿਤ ਲਾਈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ ਪਾਵਨ ਸ਼ਲੋਕ, ਤ੍ਰਿਗ ਇਹ ਆਸਾ ਦੂਜੇ ਭਾਵ ਕੀ। ਦੂਜੇ ਭਾਵ ਵਿੱਚ ਦੁਬਦਾ ਵਿੱਚ ਕੀਤੀ ਹੋਈ ਆਸ ਨੂੰ ਤ੍ਰਕਾਰ ਹੈ। ਸੋ ਵੇਰੀ ਫਿਟੇ ਮੂੰਹ ਕਹੋ, ਸੋ ਵੇਰੀ ਲਾਹਨਤ ਪਾਓ, ਤੇ ਕਹਿੰਦੇ ਤਿਰਕਾਰ ਇੱਕ ਬਣਦਾ। ਸੋ ਵੇਰੀ ਫਿਟੇ ਮੂੰਹ ਕਹਿ ਕੇ ਇੱਕ ਲਾਹਨਤ ਬਣਦੀ ਹੈ, ਸੋ ਵੇਰੀ ਲਾਹਨਤ ਪਾ ਕੇ ਤੇ ਇੱਕ ਤ੍ਰਿਗ ਬਣਦਾ। ਪਾਤਸ਼ਾਹ ਕਹਿੰਦੇ ਜਿਹੜੀ ਦੂਜੇ ਭਾਵ ਵਿੱਚ ਦੁਬਦਾ ਚਾ ਕੇ ਆਸ ਕੀਤੀ ਹੈ, ਦੂਜੇ ਭਾਵ ਦੀ ਆਸ, ਉਹ ਤਰਕਾਰ ਹੈ। ਜਿਹੜੀ ਕਿਸੇ ਮਾਇਆ ਦੀ ਮਮਤਾ ਵਸ ਹੋ ਕੇ ਮਾਇਆ ਵਿੱਚ ਚਿੱਤ ਲਾ ਕੇ ਕੋਈ ਆਸ ਕੀਤੀ ਹੈ, ਉਸ ਆਸ ਤੇ ਤ੍ਰਿਗ। ਆਸ ਤਾਂ ਹੋਵੇ ਉਸ ਪਿਰ ਨੂੰ ਮਿਲਣ ਦੀ, ਉਸ ਪਿਰ ਦੇ ਦਰਸ਼ਨਾਂ ਦੀ। ਉਸ ਪਿਰ ਨੂੰ ਮਿਲਣ ਦੀ ਆਸ ਤੋਂ ਬਿਨਾਂ ਜਿਹੜੀ ਦੂਜੀ ਆਸ ਕਿਸੇ ਵੀ ਵਸਤੂ ਦੀ ਹੈ, ਉਹ ਆਸ ਤੇ ਤ੍ਰਿਗ ਹੈ, ਤਰਕਾਰ ਹੈ। ਭਗਤ ਜੀ ਕਹਿੰਦੇ, ਹੇ ਪ੍ਰਭੂ, ਕਾਗੇ ਨੇ ਕਰੰਗ ਢੰਡੋਲ ਢੰਡੋਲ ਕੇ ਸਾਰਾ ਮਾਸ ਖਾ ਲਿਆ, ਭਖ ਲਿਆ, ਪਰ ਮੇਰੀ ਆਸ ਹਾਲੇ ਖਤਮ ਨਹੀਂ ਹੋਈ। ਨੇਤਰਾਂ ਨੂੰ ਛੂਹਣ ਲੱਗਾ ਤੇ ਮੈਂ ਕਹਿਣਾ, ਹੇ ਮੇਰੇ ਪ੍ਰਭੂ, ਹਾਲੇ ਤੈਨੂੰ ਵੇਖਣ ਦੀ ਆਸ ਹਿਰਦੇ ਵਿੱਚ ਹੈ। ਤੇ ਕਹਿੰਦੇ, ਕਾਗਾ, ਇਹਨਾਂ ਨੇਤਰਾਂ ਨੂੰ ਨਾ ਛੂਹੀ, ਹਾਲੇ ਪਿਰ ਨੂੰ ਵੇਖਣ ਦੀ ਆਸ ਹੈ। ਉਸ ਪਿਰ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਦੀ ਆਸ, ਉਹਦੇ ਚ ਅਭੇਦ ਹੋਣ ਦੀ ਆਸ, ਉਹਦੇ ਦਰਸ਼ਨਾਂ ਦੀ ਆਸ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਅਨ ਦਿਨ ਨੀਤ। ਆਸ ਭਲੀ ਆਸ ਹੈ। ਇਸ ਆਸ ਤੋਂ ਬਿਨਾਂ ਅਗਰ ਕੋਈ ਹੋਰ ਆਸ ਹੈ ਕਿਸੇ ਪ੍ਰਕਾਰ ਦੀ, ਉਹ ਦੂਜੇ ਭਾਵ ਦੀ ਹੈ, ਦੁਬਦਾ ਦੀ ਹੈ। ਤੇ ਪਾਤਸ਼ਾਹ ਕਹਿੰਦੇ, ਦੂਜੇ ਭਾਵ ਦੀ ਕੀਤੀ ਹੋਈ ਆਸ ਤੇ ਤ੍ਰਿਗ ਹੈ, ਉਹਦੇ ਤੇ ਤਰਕਾਰ ਹੈ। ਜਿਹੜੀ ਆਸ ਮਾਇਆ ਦੇ ਮੋਹ ਵਿੱਚ ਚਿੱਤ ਲਾ ਕੇ ਕੀਤੀ ਜਾਏ, ਉਹ ਆਸ ਤੇ ਤਰਕਾਰ ਹੈ, ਉਸ ਆਸ ਨੂੰ ਤ੍ਰਿਗ ਹੈ। ਕੇਵਲ ਇੱਕੋ ਆਸ, ਮੈਂ ਮਨ ਵੱਡੀ ਆਸ ਹਰੇ, ਕਿਉਂ ਕਰ ਹਰ ਦਰਸ਼ਨ ਪਾਵਾ, ਕਿਉਂ ਕਰ ਹਰ ਦਰਸ਼ਨ ਪਾਵਾ। ਮੈਂ ਮਨ ਵੱਡੀ ਆਸ ਹਰੇ, ਮੇਰੇ ਮਨ ਵਿੱਚ ਉਸ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਦੀ ਵੱਡੀ ਆਸ ਹੈ ਕਿ ਮੈਨੂੰ ਉਹਦੇ ਦਰਸ਼ਨ ਕਿਵੇਂ ਪ੍ਰਾਪਤ ਹੋਵਣ। ਮਾਫ ਕਰਨਾ, ਆਪਾਂ ਜਿੰਨੇ ਬੈਠੇ ਆ, ਸਾਡੇ ਅੰਦਰ ਕਿੰਨਿਆਂ ਕਦੇ ਆਸ ਸੀ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਚੱਲ ਕੇ ਦਰਸ਼ਨ ਕਰੀਏ। ਬਹੁਤਿਆਂ ਦੇ ਹਿਰਦੇ 'ਚ ਆਸ ਹੋਵੇਗੀ, ਚਲੋ ਗੁਰਦੁਆਰੇ ਚੱਲੀਏ, ਜਾ ਕੇ ਮਹਾਰਾਜ ਜੀ ਨੂੰ ਅਰਦਾਸ ਕਰੀਏ ਵੀ ਆਹ ਮਿਲ ਜੇ, ਆਹ ਪਦਾਰਥ ਮਿਲ ਜੇ, ਆਹ ਵਸਤੂ ਮਿਲ ਜੇ। ਦਰਸ਼ਨਾਂ ਦੀ ਆਸ ਰੱਖ ਕੇ ਅਸੀਂ ਕਿੰਨੇ ਕਾਂ ਜਿਹੜੇ ਆਏ ਹੋਵਾਂਗੇ।
ਮਾਇਆ ਦੇ ਮੋਹ ਵਿੱਚ ਚਿੱਤ ਲਾ ਕੇ ਕੀਤੀ ਹੋਈ ਜਿਹੜੀ ਆਸ ਹੈ, ਪਾਤਸ਼ਾਹ ਕਹਿੰਦੇ ਉਸ ਆਸ ਨੂੰ ਤ੍ਰਿਗ ਕਹਿਆ ਜਾਂਦਾ ਹੈ, ਉਹਦੇ ਤੇ ਤਰਕਾਰ ਹੈ। ਹਰ ਸੁਖ ਪੱਲਰ ਤੇ ਆਗਿਆ, ਨਾਮ ਵਿਸਾਰ ਦੁਖ ਪਾਏ। ਹਰੀ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਜਿਹੜਾ ਭਜਨ ਹੈ, ਉਹਨੂੰ ਪੱਲਰ ਵਾਂਗੂ ਤਿਆਗੀ ਬੈਠਾ ਬੰਦਾ। ਪੱਲਰ ਕਹਿੰਦੇ ਪਰਾਲੀ ਨੂੰ। ਹੁਣ ਪਰਾਲੀ ਦੇ ਵਿੱਚੋਂ ਜਿਵੇਂ ਦਾਣੇ ਕੱਢ ਲਏ ਜਾਣ ਤੇ ਪਰਾਲੀ ਕਿਸ ਕੰਮ ਦੀ? ਫੋਕੀ ਬੰਦੇ ਵਾਸਤੇ ਤਾਂ ਨਹੀਂ ਕਿਸੇ ਕੰਮ ਦੀ। ਆਹ ਜਾਨਵਰ ਖਾ ਲੈਣ ਤਾਂ ਖਾ ਲੈਣ। ਹਰੀ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਦਾ ਜਿਹੜਾ ਸੁੱਖ ਹੈ, ਉਹਨੂੰ ਪੱਲਰ ਵਾਂਗੂ ਤਿਆਗ ਦਿੰਦਾ, ਪਰਾਲੀ ਵਾਂਗੂ, ਵੀ ਸਾਨੂੰ ਇਹਦੇ ਚੋਂ ਕੀ ਲੱਭਣਾ ਜੀ। ਔਰ ਨਾਮ ਵਿਸਾਰ ਦੁੱਖ ਪਾਏ। ਪਾਤਸ਼ਾਹ ਕਹਿੰਦੇ ਪਰਮੇਸ਼ਰ ਦੇ ਨਾਮ ਨੂੰ ਵਿਸਾਰ ਕੇ ਫਿਰ ਇਹੋ ਜਿਹਾ ਬੰਦਾ ਦੁੱਖ ਭੋਗਦਾ। ਜਦੋਂ ਹਰੀ ਦੇ ਨਾਮ ਨੂੰ, ਜਿਹੜਾ ਸਾਰੇ ਸੁੱਖਾਂ ਵਿੱਚੋਂ ਸ੍ਰੇਸ਼ਟ ਸੁੱਖ ਹੈ, ਉਹਨੂੰ ਪੱਲਰ ਵਾਂਗੂ ਤਿਆਗ ਦਿੰਦਾ ਵੀ ਇਹ ਤਾਂ ਨਿਕੰਮਾ ਹੈ, ਸਾਨੂੰ ਵਾਹਿਗੁਰੂ ਵਾਹਿਗੁਰੂ ਕਰਕੇ ਕੀ ਮਿਲ ਜਾਣਾ, ਤਿਆਗ ਦਿੰਦਾ। ਔਰ ਸੰਸਾਰ ਦੇ ਧੰਦਿਆਂ ਵਿੱਚ ਪ੍ਰਵਿਰਤ ਹੁੰਦਾ, ਨਾਮ ਨੂੰ ਵਿਸਾਰਦਾ, ਤਾਂ ਪਾਤਸ਼ਾਹ ਕਹਿੰਦੇ ਫਿਰ ਇਹਨੂੰ ਦੁੱਖ ਪਾਉਣੇ ਪੈਂਦੇ ਆ। ਨਾਮ ਵਿਸਾਰ ਦੁੱਖ ਪਾਏ। ਹਰੀ ਦੇ ਨਾਮ ਨੂੰ ਵਿਸਾਰ ਕੇ ਦੁੱਖ ਪ੍ਰਾਪਤ ਹੁੰਦਾ। ਮਨ ਮੁਖ ਅਗਿਆਨੀ ਅੰਧੁਲੇ, ਜਨਮ ਮਰੈ ਫਿਰ ਆਵੈ ਜਾਈ। ਜਿਹੜੇ ਮਨਮੁਖ ਨੇ ਉਹ ਅਗਿਆਨੀ ਹਨ, ਅੰਧਲੇ, ਅਗਿਆਨਤਾ ਦੇ ਹਨੇਰੇ 'ਚ ਅੰਨੇ ਹੋਏ ਫਿਰਦੇ ਨੇ, ਜੰਮਦੇ ਨੇ, ਮਰਦੇ ਨੇ, ਫਿਰ ਮੁੜ ਮੁੜ ਕੇ ਆਉਂਦੇ ਜਾਂਦੇ ਨੇ, ਜਿਨ੍ਹਾਂ ਨੇ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਵਿਸਾਰਿਆ ਹੋਇਆ। ਉਹ ਮਨਮੁਖ ਨੇ, ਅਗਿਆਨੀ ਹਨ, ਅੰਧਲੇ ਹਨ, ਗਿਆਨ ਵਿਹੂਣੇ ਹਨ। ਉਹ ਜੰਮਦੇ ਮਰਦੇ ਰਹਿੰਦੇ ਹਨ, ਮੁੜ ਮੁੜ ਕੇ ਆਉਂਦੇ ਜਾਂਦੇ ਰਹਿੰਦੇ ਹਨ। ਕਾਰਜ ਸਿੱਧ ਨਾ ਹੋਵਨੀ, ਅੰਤ ਗਿਆ ਪਛੁਤਾਏ। ਉਹਨਾਂ ਦਾ ਕੋਈ ਵੀ ਕੰਮ ਸਿੱਧ ਨਹੀਂ ਹੁੰਦਾ। ਮਨਮੁੱਖਾਂ ਦਾ ਕੋਈ ਵੀ ਕੰਮ ਸਫਲ ਨਹੀਂ। ਗੁਰਮੁਖ ਭਜਨ ਕਰਨ ਉਹਨਾਂ ਦਾ ਖਾਣਾ ਵੀ ਸਫਲ, ਗੁਰਮੁਖ ਭਜਨ ਕਰਨ ਉਹਨਾਂ ਦਾ ਪਹਿਨਣਾ ਵੀ ਸਫਲ, ਗੁਰਮੁਖ ਭਜਨ ਕਰਨ ਉਹਨਾਂ ਦਾ ਬੋਲਣਾ ਵੀ ਸਫਲ, ਉਹਨਾਂ ਦਾ ਸੌਣਾ ਵੀ ਸਫਲ। ਤੇ ਮਨਮੁਖ ਜੇ ਪਰਮੇਸ਼ਰ ਦੇ ਭਜਨ ਤੋਂ ਵਿਹੂਣਾ, ਉਹਦਾ ਖਾਣਾ ਵੀ ਨਿਸ਼ਫਲ, ਉਹਦਾ ਸੌਣਾ ਵੀ ਨਿਸ਼ਫਲ, ਉਹਦੇ ਪਹਿਨਣਾ ਵੀ ਨਿਸ਼ਫਲ। ਉਹ ਕੋਈ ਕੰਮ ਕਰੇ ਸਭ ਨਿਸ਼ਫਲ, ਕਿਉਂਕਿ ਉਹਦਾ ਕੋਈ ਵੀ ਕੰਮ ਸਿੱਧ ਨਹੀਂ ਹੁੰਦਾ, ਸਫਲ ਨਹੀਂ ਹੁੰਦਾ। ਮਨਮੁਖ ਦਾ ਕੋਈ ਵੀ ਕੰਮ ਪਾਤਸ਼ਾਹ ਕਹਿੰਦੇ ਸਿੱਧ ਨਹੀਂ ਹੁੰਦਾ। ਕਾਰਜ ਸਿੱਧ ਨਾ ਹੋਵਨੀ, ਅੰਤ ਗਿਆ ਪਛਤਾਏ। ਉਹਨੂੰ ਅੰਤ ਨੂੰ ਪਛਤਾਵਾ ਕਰਦਿਆਂ ਇਸ ਸੰਸਾਰ ਤੋਂ ਜਾਣਾ ਪੈਂਦਾ। ਉਹਦੇ ਪੱਲੇ ਕੇਵਲ ਪਛਤਾਵਾ ਰਹਿ ਜਾਂਦਾ ਕਿ ਮੈਂ ਆਪਣੇ ਜੀਵਨ 'ਚ ਕੱਖ ਨਹੀਂ ਸਵਾਰਿਆ, ਕੋਈ ਵੀ ਭਲਾ ਕਰਮ ਨਹੀਂ ਕੀਤਾ। ਉਹ ਪਛਤਾਉਂਦਾ ਹੀ ਇਹ ਸੰਸਾਰ ਤੋਂ ਟੁਰ ਜਾਂਦਾ ਹੈ। ਜਿਸ ਕਰਮ ਹੋਵੈ ਤਿਸ ਸਤ ਗੁਰ ਮਿਲੈ, ਸੋ ਹਰ ਹਰ ਨਾਮ ਧਿਆਏ। ਮਹਾਰਾਜ ਜੀ ਕਹਿੰਦੇ ਜਿਹਦੇ ਤੇ ਪਰਮੇਸ਼ਰ ਦੀ ਬਖਸ਼ਿਸ਼ ਹੋਵੇ ਉਹਨੂੰ ਸਤਿਗੁਰਾਂ ਦਾ ਮੇਲ ਪ੍ਰਾਪਤ ਹੁੰਦਾ। ਜਾਂ ਇਸ ਤਰ੍ਹਾਂ ਕਹਿ ਲਈਏ ਕਿ ਜਿਨ੍ਹਾਂ ਦੇ ਕਰਮ ਚੰਗੇ ਹੋਣ, ਭਾਗ ਚੰਗੇ ਹੋਣ, ਉਹਨਾਂ ਨੂੰ ਗੁਰੂ ਮਿਲਦਾ ਹੈ। ਗੁਰ ਪੂਰਾ ਭੇਟਿਓ ਵੱਡ ਭਾਗੀ, ਵੱਡੇ ਭਾਗ ਭੇਟੇ ਗੁਰਦੇਵਾ। ਗੁਰੂ ਸਾਹਿਬ ਜੀ ਦਾ ਮੇਲ ਪੂਰਬਲੇ ਜਨਮਾਂ ਦੇ ਕੀਤੇ ਚੰਗੇ ਕਰਮਾਂ ਕਰਕੇ ਹੁੰਦਾ। ਇਸ ਕਰਕੇ ਕਹਿੰਦੇ ਜਿਹਦੇ ਭਾਗ ਚੰਗੇ, ਕਰਮ ਚੰਗੇ, ਤਿਸ ਸਤਿਗੁਰ ਮਿਲੈ, ਉਹਨੂੰ ਸਤਿਗੁਰਾਂ ਦਾ ਮੇਲ ਪ੍ਰਾਪਤ ਹੁੰਦਾ। ਤੇ ਸੋ ਹਰ ਹਰ ਨਾਮ ਧਿਆਏ। ਜਿਹਨੂੰ ਗੁਰੂ ਮਿਲਦਾ ਹੈ ਫਿਰ ਉਹ ਆਪਣੇ ਗੁਰੂ ਨਾਲ ਮਿਲ ਕੇ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਉਂਦਾ ਹੈ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸੋ ਹਰ ਹਰ ਨਾਮ ਧਿਆਏ ਸੋ ਹਰ ਹਰ ਨਾਮ ਧਿਆਏ ਸੋ ਹਰ ਹਰ ਨਾਮ ਧਿਆਈ ਸੋ ਹਰ ਹਰ ਨਾਮ ਧਿਆਈ ਸੋ ਹਰ ਹਰ ਨਾਮ ਧਿਆਏ ਸੋ ਹਰ ਹਰ ਨਾਮ ਧਿਆਏ ਸੋ ਹਰ ਹਰ ਨਾਮ ਧਿਆਈ ਸੋ ਹਰ ਹਰ ਨਾਮ ਧਿਆਈ ਜਿਹਦੇ ਭਾਗ ਸਵੱਲੇ ਹੋਣ ਕਰਮ ਚੰਗੇ ਹੋਣ ਉਹਨੂੰ ਗੁਰੂ ਮਿਲਦਾ ਹੈ ਤੇ ਜਿਹਨੂੰ ਸਤਿਗੁਰੂ ਜੀ ਮਿਲਦੇ ਨੇ ਉਹ ਫਿਰ ਗੁਰੂ ਨਾਲ ਮਿਲ ਕੇ ਪਰਮੇਸ਼ਰ ਦੇ ਨਾਮ ਨੂੰ ਹਰੀ ਦੇ ਨਾਮ ਨੂੰ ਧਿਆਉਂਦਾ। ਸਤਿਗੁਰੂ ਜੀ ਆਪਣੇ ਸਿੱਖ ਨੂੰ ਨਾਮ ਜਪਾਉਂਦੇ ਐ ਬਾਰੰਬਾਰ ਹੁਕਮ ਕਰਕੇ ਕਹਿੰਦੇ ਭਾਈ ਨਾਮ ਜਪਿਆ ਕਰ ਨਾਮ ਧਿਆਇਆ ਕਰ ਨਾਮ ਆਰਾਧਿਆ ਕਰ ਨਾਮ ਸਿਮਰਿਆ ਕਰ ਨਾਮ ਗਾਵਿਆ ਕਰ ਨਾਮ ਸੁਣਿਆ ਕਰ। ਕਿੰਨੀ ਵਾਰੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਚ ਸਤਿਗੁਰੂ ਕਿ ਨਾਮ ਜਪਿਆ ਕਰ ਨਾਮ ਸੁਣਿਆ ਕਰ ਨਾਮ ਧਿਆਵਿਆ ਕਰ ਨਾਮ ਗਾਵਿਆ ਕਰ ਨਾਮ ਆਰਾਧਿਆ ਕਰ। ਤੂੰ ਸਤਿਗੁਰਾਂ ਨਾਲ ਮਿਲ ਕੇ ਫਿਰ ਗੁਰਸਿੱਖ ਪਰਮੇਸ਼ਰ ਦੇ ਨਾਮ ਨੂੰ ਧਿਆਉਂਦਾ ਹੈ। ਨਾਮ ਰਤੇ ਜਨ ਸਦਾ ਸੁਖ ਪਾਇਨਾ ਜਨ ਨਾਨਕ ਤਿਨ ਬਲ ਜਾਏ। ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਰੰਗੇ ਗਏ ਨੇ ਉਹ ਸਦਾ ਹੀ ਸੁਖ ਪਾਉਂਦੇ ਆ ਉਹ ਸदैवी ਸੁੱਖ ਨੂੰ ਪ੍ਰਾਪਤ ਕਰ ਲੈਂਦੇ। ਐਸਾ ਸੁੱਖ ਉਹਨਾਂ ਨੂੰ ਮਿਲ ਜਾਂਦਾ ਜਿਹੜਾ ਸੁੱਖ ਕਦੇ ਬਿਨਸਦਾ ਨਹੀਂ। ਨਾਮ ਦੇ ਰੰਗ ਵਿੱਚ ਰੰਗਿਆਂ ਹੋਇਆਂ ਨੂੰ ਸदैवी ਸੁੱਖ ਪ੍ਰਾਪਤ ਹੋ ਗਿਆ ਤੇ ਜਿਨ੍ਹਾਂ ਨੇ ਨਾਮ ਜਪਿਆ ਨਾਮ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਲਿਆ ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਮੈਂ ਤਿਨਾਂ ਤੋਂ ਸਦਾ ਬਲਿਹਾਰ ਜਾਂਦਾ ਹਾਂ। ਨਾਨਕ ਤਿੰਨ ਬਲ ਜਾਏ ਮਹਾਰਾਜ ਜੀ ਕਹਿੰਦੇ ਮੈਂ ਤਿਨਾਂ ਤੋਂ ਬਲਿਹਾਰ ਜਾਂਦਾ ਹਾਂ ਤਿਨਾਂ ਤੋਂ ਵਾਰੇ-ਵਾਰੇ ਜਾਂਦਾ ਕੁਰਬਾਨ ਜਾਂਦਾ ਹਾਂ ਜਿਹੜੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਨ। ਮਹੱਲਾ ਤੀਜਾ ਆਸਾ ਮਨਸਾ ਜਗ ਮੋਹਣੀ ਜਿਨ ਮੋਹਿਆ ਸੰਸਾਰ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਆਸਾ ਤੇ ਮਨਸਾ ਇਹ ਦੋਵੇਂ ਮੋਹਣੀਆਂ ਨੇ। ਬਦੋ ਬਦੀ ਤੁਸੀਂ ਸੋਚੋ ਵੀ ਮੈਂ ਕੋਈ ਆਸ ਨਹੀਂ ਕਰਨੀ ਫਿਰ ਕੋਈ ਨਾ ਕੋਈ ਆਸ ਬਣ ਜਾਂਦੀ ਹੈ। ਸੋਚਦੇ ਆ ਵੀ ਇਹ ਮਨਸਾ ਪੂਰੀ ਹੋ ਗਈ ਹੁਣ ਅੱਗੇ ਹੋਰ ਕੋਈ ਇੱਛਾ ਨਹੀਂ ਕਰਾਂਗੇ ਅੱਗੇ ਹੋਰ ਕੋਈ ਮਨਸਾ ਜਾਗ ਪੈਂਦੀ। ਇਹ ਮੋਹਣੀਆਂ ਨੇ ਦੋਵੇਂ ਆਸਾ ਵੀ ਤੇ ਮਨਸਾ ਵੀ। ਇਹ ਜਗਤ ਦੇ ਜੀਵਾਂ ਨੂੰ ਮੋਹ ਲੈਂਦੀਆਂ। ਇਹਨੇ ਸਾਰਾ ਸੰਸਾਰ ਮੋਹਿਆ ਹੋਇਆ ਆਸਾ ਤੇ ਮਨਸਾ ਦੋਨਾਂ ਨੇ। ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਨਸੈ ਨਾਮ ਵਿਸਾਰੀ। ਇਹ ਆਸਾ ਤੇ ਮਨਸਾ ਦੋਵੇਂ ਹੀ ਬੰਧਨ ਰੂਪ ਨੇ ਤੇ ਸਾਰੇ ਜਗਤ ਨੂੰ ਮੋਹਿਆ ਹੋਇਆ। ਅਸੀਂ ਕਹਿੰਦੇ ਨਹੀਂ ਹੁੰਦੇ ਮਹਾਰਾਜ ਬਸ ਆਹ ਇੱਛਾ ਪੂਰੀ ਕਰ ਦਿਓ ਆਹ ਕਾਮਨਾ ਪੂਰੀ ਹੋ ਜੇ ਮੁੜ ਕੇ ਨਹੀਂ ਫਿਰ ਕੋਈ ਇੱਛਾ। ਉਹ ਇੱਛਾ ਪੂਰਨ ਹੋ ਜਾਏ ਉਹ ਹਾਲੇ ਹੋ ਰਹੀ ਆ ਪੂਰਨ ਉਸੇ ਵਕਤ ਅਗਲਾ ਫੁਰਨਾ ਜਾਗ ਪੈਂਦਾ ਚੱਲ ਮਹਾਰਾਜ ਹੁਣ ਆ ਵੀ ਕੁਝ ਦੇ ਦਿਓ। ਕਿਤੇ ਮਨਸਾਵਾਂ ਪੂਰਨ ਹੁੰਦੀਆਂ ਇੱਕ ਤੋਂ ਬਾਅਦ ਦੂਸਰੀ ਦੂਸਰੀ ਤੋਂ ਬਾਅਦ ਤੀਸਰੀ। ਇਹ ਸਰੀਰ ਛੁੱਟ ਜਾਂਦਾ ਪਰ ਆਸਾ ਨਹੀਂ ਛੁੱਟਦੀ। ਆਸਾ ਫਿਰ ਕੋਈ ਨਾ ਕੋਈ ਬਣੀ। ਹਾਲਾਂਕਿ ਜਿਹੜੀ ਆਸ ਕਰਨੀ ਸੀ ਉਹ ਕੀਤੀ ਨਹੀਂ। ਆਸ ਕਰਨੀ ਸੀ ਉਸ ਪਿਰ ਨੂੰ ਮਿਲਣ ਦੀ ਆਸ ਕਰਨੀ ਸੀ ਉਸ ਪਿਰ ਪਰਮੇਸ਼ਰ ਦੇ ਦਰਸ਼ਨਾਂ ਦੀ ਆਸ ਕਰਨੀ ਸੀ ਉਹਦੀ ਬੰਦਗੀ ਦੀ ਆਸ ਕਰਨੀ ਸੀ ਅੰਮ੍ਰਿਤ ਵੇਲੇ ਉੱਠਣ ਦੀ ਆਸ ਕਰਨੀ ਸੀ ਉਹਦੇ ਭਜਨ ਕਰਨ ਦੀ ਆਸ ਕਰਨੀ ਸੀ ਉਹਦੇ ਪਾਵਨ ਦੀਦਾਰ ਕਰਨ ਦੀ।
ਉਹ ਆਸ ਕਰਨ ਦੀ ਬਜਾਏ ਹੋਰ ਆਸਾਂ ਅਸੀਂ ਚੁੱਕੀ ਫਿਰਦੇ ਹਾਂ ਮਨ 'ਚ। ਪਾਤਸ਼ਾਹ ਕਹਿੰਦੇ ਆਸਾ ਤੇ ਮਨਸਾ ਇਹ ਬੜੀ ਮੋਹਣੀ ਹੈ, ਇਹ ਮਾਇਆ ਦਾ ਹੀ ਇੱਕ ਪ੍ਰਕਾਰ ਹੈ। ਇਹਨੇ ਸਾਰੇ ਜਗ ਨੂੰ ਮੋਹਿਆ ਹੋਇਆ, ਜਿਨ ਮੋਹਿਆ ਸੰਸਾਰ, ਸਾਰੇ ਸੰਸਾਰ ਨੂੰ ਮੋਹਿਆ ਹੋਇਆ। ਸਭ ਕੋ ਜਮ ਕੇ ਚੀਰੇ ਵਿੱਚ ਹੈ, ਜੀਤਾ ਸਭ ਆਕਾਰ। ਪਾਤਸ਼ਾਹ ਕਹਿੰਦੇ ਜਿਤਨਾ ਵੀ ਆਕਾਰ ਨਜ਼ਰ ਆਉਂਦਾ ਇਹ ਸਾਰਾ ਉਸ ਜਮ ਦੇ ਦਫ਼ਤਰ ਵਿੱਚ ਹੈ। ਚੀਰੇ ਦਾ ਮਤਲਬ ਹੁੰਦਾ ਉਹਦੇ ਦਫ਼ਤਰ 'ਚ, ਯਾਨੀ ਕਿ ਹਰ ਇੱਕ ਸ਼ੈ ਦਾ, ਹਰ ਇੱਕ ਜੀਵ ਦਾ ਉਹਦੇ ਦਫ਼ਤਰ 'ਚ ਲੇਖਾ ਹੋਣਾ ਹੈ। ਇਹ ਸਭ ਕੁਝ ਜਮ ਦੇ ਚੀਰੇ ਵਿੱਚ ਹੈ, ਉਹਦੇ ਲੇਖੇ ਵਿੱਚ ਹੈ, ਉਹਦੇ ਦਫ਼ਤਰ ਵਿੱਚ ਹੈ। ਯਾਨੀ ਕਿ ਉੱਥੇ ਹੀ ਸਾਰਿਆਂ ਨੇ ਵੇਖਣਾ ਕਿ ਇਹ ਪ੍ਰਵਾਨ ਹੁੰਦਾ ਹੈ ਕਿ ਨਹੀਂ ਹੁੰਦਾ ਉੱਥੇ। ਹਾਂਜੀ, ਹੁਕਮੀ ਹੀ ਜਮ ਲੱਗਦਾ, ਸੋ ਉਬਰੈ ਜਿਸ ਬਖਸ਼ੈ ਕਰਤਾਰ। ਮਹਾਰਾਜ ਜੀ ਕਹਿੰਦੇ ਪਰਮੇਸ਼ਰ ਦੇ ਹੁਕਮ 'ਚ ਇਹ ਜਮ ਲੱਗਦਾ, ਜਿਹਨੂੰ ਲੱਗਦਾ। ਜਦੋਂ ਹੁਕਮ ਕਰਦਾ ਵੀ ਜਮ ਇਹਨੂੰ ਲੱਗ ਜਾਏ ਤੇ ਉਹਨੂੰ ਲੱਗ ਜਾਂਦਾ। ਜਿਹਨੂੰ ਬਖਸ਼ ਲਵੇ ਉਹਨੂੰ ਜਮਾਂ ਤੋਂ ਮੁਕਤ ਕਰ ਲੈਂਦਾ। ਉਹਦੇ ਹੁਕਮ 'ਚ ਹੀ ਜੀਵਾਂ ਨੂੰ ਜੰਮ ਲੱਗਦਾ, ਯਾਨੀ ਕਿ ਲੇਖਾ ਦੇਣਾ ਪੈਂਦਾ ਜੀਵ ਨੂੰ। ਪਰ ਜਿਨ੍ਹਾਂ ਤੇ ਦਇਆ ਕਰਕੇ ਉਹ ਆਪਣੀ ਕਿਰਪਾ ਕਰਕੇ ਕਰਤਾਰ ਬਖਸ਼ ਲਵੇ, ਉਹ ਫਿਰ ਇਹਨਾਂ ਜੰਮਾਂ ਤੋਂ ਉੱਭਰ ਜਾਂਦਾ, ਬਚ ਜਾਂਦਾ। ਸੋ ਉੱਭਰ ਹੈ ਜਿਸ ਬਖਸ਼ੇ ਕਰਤਾਰ, ਉਹ ਉੱਭਰ ਜਾਂਦਾ ਇਹਨਾਂ ਜੰਮਾਂ ਦੇ ਲੇਖੇ ਜੋਖੇ ਤੋਂ, ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਦੀ ਬਖਸ਼ਿਸ਼ ਦਾ ਪਾਤਰ ਬਣ ਜਾਵੇ। ਨਾਨਕ ਗੁਰ ਪ੍ਰਸਾਦੀ ਇਹੋ ਮਨ ਤਾਂ ਤਰੈ, ਜਾ ਛੋੜੈ ਅਹੰਕਾਰ। ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਗੁਰੂ ਦੀ ਕਿਰਪਾ ਨਾਲ ਇਸ ਮਨ ਦੇ ਵਿੱਚੋਂ ਹੰਕਾਰ ਇਹ ਛੱਡੇ ਤਾਂ ਇਹ ਤਰਦਾ। ਗੁਰੂ ਦੀ ਕਿਰਪਾ ਹੋਵੇ, ਇਹ ਆਪਣੇ ਅੰਦਰੋਂ ਹੰਕਾਰ ਛੱਡ ਦੇਵੇ। ਹਉਮੈ ਵੀ ਆਪ ਨਹੀਂ ਛੱਡ ਹੁੰਦੀ, ਗੁਰੂ ਤਰਸ ਕਰੇ, ਗੁਰੂ ਦਇਆ ਕਰੇ ਤੇ ਹਉਮੈ ਨਿਕਲਦੀ ਹੈ। ਤੋ ਗੁਰੂ ਸਾਹਿਬ ਦੀ ਕਿਰਪਾ ਨਾਲ ਜਿਹਦੇ ਆਪਣੇ ਹਿਰਦੇ ਚੋਂ ਹੰਕਾਰ ਛੱਡ ਦਿੰਦੇ ਨੇ, ਫਿਰ ਮਹਾਰਾਜ ਜੀ ਕਹਿੰਦੇ ਇਹ ਜੀਵ ਤਰਦਾ ਹੈ। ਆਸਾ ਮਨਸਾ ਮਾਰੇ ਨਿਰਾਸ ਹੋਏ, ਗੁਰ ਸ਼ਬਦੀ ਵਿਚਾਰ। ਜਿਹੜਾ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਹੈ, ਉਹ ਆਪਣੇ ਅੰਦਰੋਂ ਆਸਾ ਤੇ ਮਨਸਾ ਦੋਨਾਂ ਨੂੰ ਤਿਆਗ ਦਿੰਦਾ, ਮਾਰ ਦਿੰਦਾ। ਉਹ ਕਹਿੰਦਾ ਕਾਹਦੀਆਂ ਝੂਠੀਆਂ ਆਸਾਂ ਕਰਨੀਆਂ, ਕਾਹਦੀਆਂ ਝੂਠੀਆਂ ਮਨਸਾਵਾਂ ਨੂੰ ਧਾਰਨ ਕਰਨਾ ਹੈ। ਗੁਰੂ ਕੇ ਸ਼ਬਦ ਦੀ ਵਿਚਾਰ ਦੇ ਨਾਲ ਉਹ ਆਪਣੇ ਹਿਰਦੇ ਨੂੰ ਆਸਾਂ ਤੇ ਮਨਸਾਵਾਂ ਤੋਂ ਬਿਲਕੁਲ ਸ਼ੁੰਨਿਆ ਕਰ ਲੈਂਦਾ। ਜਿਹਨੂੰ ਆਪਾਂ ਕਹਿੰਦੇ ਨਾ ਅਫੁਰ ਅਵਸਥਾ ਬਣਾ ਲੈਂਦਾ। ਉਹ ਤਾਂ ਬਣਦੀ ਹੈ ਜਦੋਂ ਗੁਰ ਸ਼ਬਦ ਦੀ ਵਿਚਾਰ ਹਿਰਦੇ 'ਚ ਗਹਿਰੀ ਉਤਰ ਜਾਏ। ਤੋ ਗੁਰ ਸ਼ਬਦ ਦੀ ਵਿਚਾਰ ਨਾਲ ਪਾਤਸ਼ਾਹ ਕਹਿੰਦੇ ਆਸਾ ਤੇ ਮਨਸਾ ਦੋਵੇਂ ਮਰ ਜਾਂਦੀਆਂ ਹਨ, ਔਰ ਗੁਰਮੁਖ ਉਹਨਾਂ ਆਸਾਂ ਮਨਸਾਵਾਂ ਤੋਂ ਰਹਿਤ ਹੋ ਕੇ ਨਿਰਾਸ਼ ਹੋ ਜਾਂਦਾ ਹੈ। ਪੌੜੀ ਜਿੱਥੈ ਜਾਈਐ ਜਗਤ ਮਹਿ, ਤਿਥੈ ਹਰ ਸਾਈ। ਪੌੜੀ ਮਹਾਰਾਜ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਉਚਾਰਦੇ ਨੇ। ਮਹਾਰਾਜ ਜੀ ਕਹਿੰਦੇ ਸੰਸਾਰ 'ਚ ਜਿੱਥੇ ਜਾਈਏ, ਕਿਸੇ ਕੋਨੇ 'ਚ ਚਲੇ ਜਾਈਓ, ਹਰੀ ਸਾਈਂ ਉੱਥੇ ਹੀ ਹਾਜ਼ਰ ਹੈ। ਆਖੋ ਸਤਿਨਾਮ ਵਾਹਿਗੁਰੂ। ਹੇ ਵਾਹਿਗੁਰੂ, ਮੈਂ ਜਿੱਥੇ ਜਾਵਾਂ ਤੂੰ ਉੱਥੇ ਹੀ ਹੈ, ਹਰ ਜਗ੍ਹਾ ਤੇ, ਹਰ ਥਾਂ ਤੇ ਤੂੰ ਹਾਜ਼ਰ ਹੈ। ਅੱਗੇ ਸਭ ਆਪੇ ਵਰਤਦਾ, ਹਰ ਸੱਚਾ ਨਿਆਈ। ਅੱਗੇ ਉਹੀ ਸਭ ਵਿੱਚ ਵਰਤਦਾ, ਕਿਉਂਕਿ ਉਹ ਸੱਚਾ ਵਾਹਿਗੁਰੂ ਨਿਆਂ ਕਰਨ ਵਾਲਾ, ਇਨਸਾਫ ਕਰਨ ਵਾਲਾ ਹੈ। ਅੱਗੇ ਵੀ ਪਰਲੋਕ ਵਿੱਚ ਉਸੇ ਨੇ ਵਰਤਣਾ ਹੈ, ਕਿਉਂਕਿ ਉਹ ਸੱਚਾ ਨਿਆਂ ਕਰਨ ਵਾਲਾ ਹੈ, ਇਨਸਾਫ ਕਰਨ ਵਾਲਾ ਹੈ। ਊੜਿਆਰਾ ਕੇ ਮੋਹ ਫਿਟ ਕੀਐ, ਸੱਚ ਭਗਤ ਵਡਿਆਈ। ਜਿਹੜੇ ਕੂੜਿਆਰ ਨੇ, ਝੂਠੇ ਨੇ, ਉਹਨਾਂ ਦੇ ਮੂੰਹ ਤੇ ਫਟਕਾਰਾਂ ਪੈਂਦੀਆਂ, ਲਾਹਨਤਾਂ ਪੈਂਦੀਆਂ।
ਤੇ ਜਿਹੜੇ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਨੇ ਉਹਨਾਂ ਦੀਆਂ ਵਡਿਆਈਆਂ ਹੁੰਦੀਆਂ ਨੇ, ਉਹਨਾਂ ਦੀ ਸੋਭਾ ਹੁੰਦੀ ਹੈ। ਝੂਠਿਆਂ ਦੇ ਮੂੰਹ ਫਿਟਕੇ ਜਾਂਦੇ ਨੇ ਔਰ ਪਰਮੇਸ਼ਰ ਦੀ ਭਗਤੀ ਕਰਨ ਵਾਲਿਆਂ ਨੂੰ ਵਡਿਆਈਆਂ ਪ੍ਰਾਪਤ ਹੁੰਦੀਆਂ ਹਨ। ਸੱਚ ਸਾਹਿਬ ਸੱਚਾ ਨਿਆਉ ਹੈ, ਸਿਰ ਨਿੰਦਕ ਛਾਈ। ਉਹ ਸਾਹਿਬ ਸੱਚਾ ਔਰ ਉਹਦਾ ਨਿਆਂ ਵੀ ਸੱਚਾ। ਹਰ ਕਾ ਇੱਕ ਚੰਬੋ ਹੈ, ਪਰਮੇਸ਼ਰ ਦੀ ਇੱਕ ਅਸਚਰਜ ਖੇਡ ਹੈ। ਉਹ ਜੋ ਕਰਦਾ ਸੱਚਾ ਇਨਸਾਫ ਕਰਦਾ, ਕਿਸੇ ਨਾਲ ਬੇਇਨਸਾਫੀ ਨਹੀਂ ਕਰਦਾ। ਬੰਦਾ ਕਹਿੰਦਾ ਖਰਬਰੇ ਮੈਂ ਤਾਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ, ਮੈਨੂੰ ਕਿਹੜੇ ਕਰਮਾਂ ਦੀ ਸਜ਼ਾ ਮਿਲੀ। ਐਸਾ ਨਹੀਂ ਹੈ ਕਿ ਕਰੇ ਕੋਈ ਹੋਰ ਤੇ ਮਿਲੇ ਤੈਨੂੰ। ਅਕਾਲ ਪੁਰਖ ਪਰਮੇਸ਼ਰ ਦੀ ਦਰਗਾਹ ਦਾ ਇਨਸਾਫ ਸੱਚਾ ਇਨਸਾਫ ਹੈ। ਉਹ ਜੋ ਕਰਦਾ ਸੱਚ ਸੱਚਾ ਨਿਆਓ। ਸਿਰ ਨਿੰਦਕ ਛਾਈ, ਜਿਹੜੇ ਰੱਬ ਦੇ ਪਿਆਰਿਆਂ ਦੀ ਔਰ ਰੱਬ ਦੀ ਨਿੰਦਾ ਕਰਨ ਵਾਲੇ ਨੂੰ ਉਹਨਾਂ ਦੇ ਸਿਰ ਦੇ ਵਿੱਚ ਸਵਾਹ ਪੈਂਦੀ ਹੈ। ਛਾਈ ਦਾ ਮਤਲਬ ਹੁੰਦਾ ਸਵਾਹ ਪੈਣੀ। ਉਹਨਾਂ ਦੇ ਮੂੰਹ ਕਾਲੇ ਕੀਤੇ ਜਾਂਦੇ, ਇੱਥੇ ਉੱਥੇ ਦੋਨਾਂ ਦਰਬਾਰਾਂ ਵਿੱਚ, ਲੋਕ ਪਰਲੋਕ ਦੋਹਾਂ ਜਹਾਨਾਂ 'ਚ ਉਹਨਾਂ ਦੇ ਮੂੰਹ ਕਾਲੇ ਨੇ। ਉਹਨਾਂ ਨਿੰਦਕਾਂ ਦੇ ਮੂੰਹ ਤੇ ਛਾਈ ਕਾਲਖ ਪੋਚੀ ਜਾਂਦੀ ਹੈ, ਜਿਹੜੇ ਰੱਬ ਦੇ ਪਿਆਰਿਆਂ ਦੀ ਨਿੰਦਾ ਕਰਦੇ, ਪਰਮੇਸ਼ਰ ਦੀ ਨਿੰਦਾ ਕਰਦੇ, ਨਾਮ ਜਪਣ ਵਾਲਿਆਂ ਦੀ ਨਿੰਦਾ ਕਰਦੇ ਹੈ। ਮਹਾਰਾਜ ਜੀ ਕਹਿੰਦੇ ਉਹਨਾਂ ਨਿੰਦਕਾਂ ਦੇ ਮੂੰਹ ਤੇ ਸਵਾਹ ਮਲੀ ਦੀ ਹੈ, ਜਾਂ ਇਦਾਂ ਕਹਿ ਲਈ ਉਹਨਾਂ ਦੇ ਸਿਰ 'ਚ ਸਵਾਹ ਪੈਂਦੀ ਹੈ। ਜਨ ਨਾਨਕ ਸੱਚ ਆਰਾਧਿਆ, ਗੁਰਮੁਖ ਸੁਖ ਪਾਏ। ਧੰਨ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਹਨ ਕਿ ਭਾਈ ਜਿਹੜੇ ਸੱਚ ਨੂੰ ਆਰਾਧਦੇ ਨੇ ਉਹ ਗੁਰਮੁਖ ਸੁਖ ਦੀ ਪ੍ਰਾਪਤੀ ਕਰਦੇ ਨੇ। ਸੱਚ ਦੀ ਆਰਾਧਨਾ ਕਰਨ ਵਾਲੇ, ਸੱਚ ਨੂੰ ਧਿਆਉਣ ਵਾਲੇ ਗੁਰਮੁਖ ਸੁਖ ਦੀ ਪ੍ਰਾਪਤੀ ਕਰਦੇ, ਉਹਨਾਂ ਨੂੰ ਸੁਖ ਪ੍ਰਾਪਤ ਹੁੰਦਾ ਹੈ। ਇਹ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਪੌੜੀ। ਸ਼ਲੋਕ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਉਚਾਰਨ ਕੀਤੇ ਹਨ। ਗੁਰਦੇਵ ਜੀ ਕਿਰਪਾ ਕਰਨ ਇਹ ਪਾਵਨ ਪਵਿੱਤਰ ਗੁਰਬਾਣੀ ਦੀ ਪਾਵਨ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਵੇ। ਸਾਡਾ ਗਾਵਿਆ ਸੁਣਿਆ ਸਾਹਿਬ ਜੀ ਥਾਂ ਪਾ ਲੈਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ।